ਵਿਦਿਆਰਥੀਓ 8ਵੀਂ ਕਲਾਸ ਦੇ ਮੈਥਸ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਡੇਲੀ ਦੇ ਡੇਲੀ ਅਸਾਈਨਮੈਂਟ ਭੇਜੀਆਂ ਜਾ ਰਹੀਆਂ ਤੇ ਚੈਪਟਰ ਚੋਂ ਪਲੇਇੰਗ ਵਿਦ ਨੰਬਰ ਮੀਨਸ ਸੰਖਿਆਵਾਂ ਨਾਲ ਖੇਡਣਾ ਉਹ ਚੈਪਟਰ ਚੱਲ ਰਿਹਾ ਹੈ ਤੇ ਉਸ ਦੇ ਤਹਿਤ ਅਸਾਈਨਮੈਂਟ ਨੰਬਰ 60 ਤੁਹਾਨੂੰ ਕੱਲ ਪਾਈ ਗਈ ਸੀ ਤਾਂ ਉਸ ਦਾ ਹੱਲ ਅਸੀਂ ਅੱਜ ਕਰਨ ਜਾ ਰਹੇ ਹਾਂ। ਚੈਪਟਰ ਦਾ ਨਾਮ ਹੈ ਸੰਖਿਆਵਾਂ ਨਾਲ ਖੇਡਣਾ। ਇਸ ਦੇ ਤਹਿਤ ਬੱਚੇ ਪਹਿਲਾ ਕੁਐਸਚਨ ਜੋ ਹੈ क्वेश्चन है ਦਿੱਤੀਆਂ ਹੋਈਆਂ ਸੰਖਿਆਵਾਂ ਨੂੰ ਵਿਆਪਕ ਰੂਪ ਵਿੱਚ ਲਿਖਣਾ। ਵਿਆਪਕ ਰੂਪ ਵਿੱਚ ਲਿਖਣਾ ਮੀਨਸ ਉਹਨਾਂ ਦੀ ਜਨਰਲਾਈਜ਼ਡ ਫਾਰਮ ਨੂੰ ਲਿਖਣਾ। ਜਨਰਲਾਈਜ਼ਡ ਫਾਰਮ ਵਿੱਚ ਲਿਖਣਾ। ਸੋ ਬੱਚੇ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਆ, ਆਓ ਅਸੀਂ ਕਰੀਏ। ਮੰਨ ਲਓ ਸਾਡੇ ਕੋਲ ਕੋਈ ਵੀ 2 ਅੰਕਾਂ ਦੀ ਸੰਖਿਆ ਹੈ। ਅਸੀਂ ਸੰਖਿਆ ਲੈ ਲੈਂਦੇ ਆ, ਮੰਨ ਲਓ 52। ਸੋ 52 ਦੇ ਵਿੱਚ ਬੱਚੇ ਇਹ ਕਿੰਨੇ ਅੰਕਾਂ ਦੀ ਸੰਖਿਆ ਹੈ? 2 ਅੰਕਾਂ ਦੀ, ਜਿਹਦੇ ਵਿੱਚ ਇਹ ਇਕਾਈ ਅੰਕ ਹੈ। ਇਕਾਈ ਦਾ ਮਤਲਬ 1 ਔਰ ਇਹ ਕੀ ਹੈ? ਤਿਹਾਈ ਅੰਕ। ਤਿਹਾਈ ਦਾ ਮਤਲਬ ਹੁੰਦਾ 10। तो ਇਹਨੂੰ ਅਸੀਂ ਵਿਆਪਕ ਰੂਪ ਵਿੱਚ ਕਿੱਦਾਂ ਲਿਖਣਾ? ਦੇਖੋ 52 ਨੂੰ ਜੇ ਮੈਂ ਤੋੜ ਕੇ ਇਸ ਤਰ੍ਹਾਂ ਲਿਖਦਾ 50 + 2 ਮਤਲਬ 50 + 2 ਤਾਂ ਵੀ ਤਾਂ ਆਨਸਰ 52 ਹੀ ਆਉਂਦਾ ਹੈ। तो ਵਿਦਿਆਰਥੀਓ ਇਹਦਾ ਮਤਲਬ ਹੈ ਕਿ ਅਸੀਂ ਕੀ ਕੀਤਾ? 50 + 2 52 ਲਿਖ ਦਿੱਤੇ। क्योंकि 2 इकाई अंक ते है, इस करके असी इहनू 2 × 1 लिख सकते हैं। ते क्योंकि जो 5 है वो दहाई अंक ते है, इस करके इहनू असी 2 × 10 लिख सकते हैं। तो ये इहदा बन गया व्यापक रूप मीनस जनरलाइज्ड फॉर्म। ठीक है बच्चों, किस तरह किया एक बार फिर समझो। 52 ਦੇ ਵਿੱਚ 2 ਜੋ ਸੀ ਉਹ ਇਕਾਈ ਅੰਕ ਤੇ 5 ਕੀ ਹੈ? ਦਹਾਈ ਅੰਕ। 2 ਕਿਹੜੀ ਪੋਜੀਸ਼ਨ ਤੇ ਹੈ? ਇਕਾਈ ਅੰਕ ਦੀ ਪੋਜੀਸ਼ਨ ਤੇ, ਇਸ ਕਰਕੇ ਇਹਨੂੰ ਲਿਖਤਾ 2 × 1 ਜਮਾ 5 ਕਿਹੜੀ ਪੋਜੀਸ਼ਨ ਤੇ ਹੈ? ਦਹਾਈ ਅੰਕ, ਤੋਂ ਉਹਨੂੰ ਕਿੱਦਾਂ ਲਿਖਤਾ 5 × 10। ਦੇਖੋ 5 × 10 ਕਿੰਨੇ ਬਣਦੇ ਪਏ? 50 ਤੇ ਜਮਾ ਦਾ ਨਿਸ਼ਾਨ ਉੱਥੇ ਹੀ ਹੈ। 2 × 1 ਕਿੰਨਾ ਬਣਦਾ ਪਿਆ? 2। तो ਇਹ ਬਣ ਗਿਆ 50 + 2 = 52। ਆਓ ਪਿਆਰੇ ਵਿਦਿਆਰਥੀਓ ਅਸੀਂ ਹੁਣ ਇੱਕ ਹੋਰ ਐਗਜ਼ਾਮਪਲ ਲੈਣੇ। ਮੰਨ ਲਓ ਤੁਹਾਡੇ ਕੋਲ 2 ਅੰਕਾਂ ਦੀ ਇੱਕ ਹੋਰ ਸੰਖਿਆ ਹੈ AB, ਜੋ ਕਿ ਤੁਹਾਡੀ ਅਸਾਈਨਮੈਂਟ ਵਿੱਚ ਪਹਿਲਾ ਕੁਐਸਚਨ ਹੈ। ਇਸ ਨੂੰ ਜਨਰਲਾਈਜ਼ ਫਾਰਮ 'ਚ ਲਿਖਣਾ। ਤਾਂ ਇਹਨੂੰ ਕਿੱਦਾਂ ਲਿਖਾਂਗੇ? ਦੇਖੋ B ਕਿਹੜੀ ਪੋਜੀਸ਼ਨ ਤੇ ਹੈ? ਇਕਾਈ ਅੰਕ ਤੇ ਦਹਾਈ ਅੰਕ ਤੇ ਕੀ ਹੈ? B। ਦਹਾਈ ਅੰਕ ਤੇ ਕੀ ਹੈ? A। ਇਸ ਨੂੰ ਕਿਸ ਤਰ੍ਹਾਂ ਲਿਖਾਂਗੇ ਕਿ B ਜੋ ਇਕਾਈ ਅੰਕ ਤੇ ਹੈ ਉਹਨੂੰ ਕੀ ਲਿਖ ਦਿੱਤਾ? B × 1 ਜਮਾ A ਕਿਹੜੇ ਅੰਕ ਤੇ ਹੈ? ਦਹਾਈ, ਉਹਨੂੰ ਕੀ ਲਿਖਤਾ? A × 10। ਵਿੱਚ ਕੀ ਲਗਾਤਾ? ਜਮਾ ਦਾ ਨਿਸ਼ਾਨ। A ਔਰ B ਦੇ ਵਿਚਕਾਰ ਲਿਖਤਾ ਜਮਾ ਦਾ ਨਿਸ਼ਾਨ। ਦੁਬਾਰਾ ਸਮਝ ਲਓ, A ਔਰ B ਦੇ ਵਿਚਕਾਰ ਅਸੀਂ ਕੀ ਕੀਤਾ? ਜਮਾ ਦਾ ਨਿਸ਼ਾਨ ਲਿਖ ਦਿੱਤਾ। B ਹੈ ਇਕਾਈ ਅੰਕ ਤੇ, ਉਹਨੂੰ 1 ਨਾਲ ਗੁਣਾ ਕਰਤੀ, और A है दहाई अंक ते ओनू 10 ਨਾਲ गुणा कर ਦਿੱਤੀ। तो A बन गया ਇਹਦਾ ਵਿਆਪਕ ਰੂਪ। ਨੋਟ ਕਰੋ ਪਿਆਰੇ ਵਿਦਿਆਰਥੀਓ। ਸੈਕਿੰਡ ਕੁਐਸਚਨ ਹੈ ਇਹਦੇ ਵਿੱਚ 85। ਹੁਣ 85 ਦੇ ਵਿੱਚ ਇਕਾਈ ਅੰਕ ਮੀਨਸ ਵਨਸ ਪਲੇਸ ਕੀਆ ਉਹ ਹੈਗਾ 5 ਔਰ 10th ਪਲੇਸ ਤੇ ਕੀਆ 8। तो ਇਹਨੂੰ ਕਿੱਦਾਂ ਲਿਖਾਂਗੇ? 8 + 5 8 + 5 ਇਕਾਈ ਅੰਕ ਤੇ ਹੋਣ ਕਰਕੇ ਇਹਨੂੰ 1 ਨਾਲ ਗੁਣਾ ਕਰਤੀ ਔਰ 8 ਦਹਾਈ ਅੰਕ ਤੇ ਹੋਣ ਕਰਕੇ ਇਹਨੂੰ 10 ਨਾਲ ਗੁਣਾ ਕਰਤੀ। तो ਇਹ ਬਣ ਗਿਆ 8 × 10 = 5 × 1। ਨੋਟ ਕਰੋ ਪਿਆਰੇ ਵਿਦਿਆਰਥੀਓ। ਉਸ ਤੋਂ ਬਾਅਦ नेक्स्ट क्वेश्चन है थर्ड। मान लो 3 अंकों की संख्या है 132, जिस विच 2 इकाई अंक ते 3 दहाई अंक ते
ਤੇ 1 ਸੈਂਕੜਾ ਅੰਕ ਤੇ। ਇਸ ਨੂੰ ਵੀ ਅਸੀਂ ਇਦਾਂ ਲਿਖਾਂਗੇ 1 ਜਮਾ 3 ਜਮਾ 2। 2 ਕਿਹੜੀ ਪੋਜੀਸ਼ਨ ਤੇ ਆ? ਇਕਾਈ ਅੰਕ ਤੇ, तो ਉਹਨੂੰ 1 ਨਾਲ ਗੁਣਾ ਕਰਤੀ। 3 ਦਹਾਈ अंक ਤੇ ਆ, ਇਹਦਾ मतलब ਇਹਨੂੰ 10 ਨਾਲ ਗੁਣਾ ਕਰਤੀ। और जो 1 है वो ਕਿਹੜੀ ਪੋਜੀਸ਼ਨ ਤੇ ਆ? ਸੈਂਕੜਾ। ਇਹਨੂੰ ਅਸੀਂ 100 ਨਾਲ ਗੁਣਾ ਕਰਤੀ। तो ਇਹ ਦੀ ਜਨਰਲਾਈਜ਼ਡ ਫਾਰਮ ਹੋ ਗਈ, मीन्स व्यापक रूप। विद्यार्थियों नोट करो, ਉਸ ਤੋਂ ਬਾਅਦ ਅਗਰ ਪਿਆਰੇ ਵਿਦਿਆਰਥੀਓ ਤੁਹਾਨੂੰ ਆ ਜਾਂਦਾ ਕਿ ਜਨਰਲਾਈਜ਼ਡ ਫਾਰਮ ਤੋਂ ਤੁਸੀਂ ਉਹਦੀ ਸਧਾਰਨ ਰੂਪ ਵਿੱਚ ਉਸ ਨੂੰ ਲਿਖਣਾ ਹੈ। ਇਹ ਜਨਰਲਾਈਜ਼ਡ ਫਾਰਮ ਹੈ ਤੇ ਇਹ ਇਹਦੀ ਸਧਾਰਨ, मतलब सधारण फॉर्म मीन्स जनरल फॉर्म है। तो इस विच इहनूं दोबारा लिखना है। तो करना की है? इकाई 1 10 100 इन्हां नूं हटा देना है, गुणा दे निशान हटा देने ते अंकां नूं इकट्ठे कर देना है। तो वो किस तरह करांगे? आओ हुण करिए। मीन्स अगला क्वेश्चन है सधारण फॉर्म विच लिखना, सधारण रूप विच लिखना मीन्स जर्नल फॉर्म। सो पहला क्वेश्चन इस दे तहत आ रहा है तुहाडी स्क्रीन दे उपर कि 3 गुणा 100 जमा 0 गुणा 10 जमा 6। विद्यार्थियों इत्थे 0 आ रही, देखो 0 पहले विच असीं चलो इदां दी एग्जांपल नहीं लई, वो भी तुहानूं हुण लैके एक एग्जांपल लैके कर दिंदे आ। 0 आ रही। सब तो पहला की करना तुसीं देखो, सब तो पहला 1 10 ते 100 ਇਹਨਾਂ ਨੂੰ ਆਪਸ ਦੇ ਵਿੱਚ ਦੇਖੋ, ਜਾਂ ਤਾਂ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਗੁਣਾ ਕਰ ਦਿਓ। ਜਦੋਂ ਗੁਣਾ ਕਰੋਗੇ ਤਾਂ ਇਹ ਬਣ ਗਿਆ 3 ਗੁਣਾ 100 300 ਜਮਾ 0 ਗੁਣਾ 10 0। ਪਰ ਕਿੰਨੀਆਂ ਜ਼ੀਰੋਆਂ? 2 ਲਿਖਣੀਆਂ ਇੱਥੇ। ਤਾਂ ਤੁਸੀਂ ਇਦਾਂ ਲਿਖ ਲਓ 0 ਗੁਣਾ 10 0 ਤੇ 6 ਗੁਣਾ 1 6। ਹੁਣ ਬੱਚੇ ਇਹਨਾਂ ਨੂੰ ਜੋੜਨਾ, ਇਹਨਾਂ ਨੂੰ ਜੋੜਨ ਲੱਗੇ ਅਕਸਰ ਬੱਚੇ ਗਲਤੀ ਕਰ ਜਾਂਦੇ। ਉਹ ਕੀ ਕਰਦੇ ਆ? 300 ਜਮਾ 6 ਕਰੇ ਆਂਦੇ, मतलब ਇਹਦੇ ਵਿੱਚ ਜੋੜ ਦਿੰਦੇ 3 ਜਮਾ 6, ਇਹ ਬਣਾ ਦਿੰਦੇ ਆ 900, ਜੋ ਕਿ ਹੈ ਗਲਤ। ਬਹੁਤ ਸਾਰੇ ਬੱਚੇ ਇਦਾਂ ਕਰਦੇ ਆ। ਨਹੀਂ ਬੱਚੇ, ਇਹਨੂੰ ਇਸ ਤਰ੍ਹਾਂ ਨਹੀਂ ਕਰਨਾ। ਇਸ ਨੂੰ ਲਿਖਣ ਦਾ ਤਰੀਕਾ ਹੁੰਦਾ। ਕਿਸ ਤਰ੍ਹਾਂ ਲਿਖਣਾ ਹੈ ਦੇਖੋ। ਸਭ ਤੋਂ ਪਹਿਲਾਂ ਅਸੀਂ ਇਹ 300 ਨੂੰ ਲਿਖ ਲਿਆ। ਚਲੋ 300 ਨੂੰ ਤਾਂ ਐਜ਼ ਇਟ ਇਜ਼ ਲਿਖ ਸਕਦੇ। ਕਦੇ ਵੀ ਸੰਖਿਆ ਲਿਖਣੀ ਹੈ ਨਾ, ਉਸ ਨੂੰ ਅਸੀਂ ਜਦੋਂ ਜੋੜਨ ਲੱਗੇ ਹਮੇਸ਼ਾ ਸੱਜੇ ਪਾਸੇ ਤੋਂ ਖੱਬੇ ਪਾਸੇ ਵੱਲ ਨੂੰ ਵਧਣਾ ਹੈ। ਕਿਸ ਤਰ੍ਹਾਂ? ਜਿੱਦਾਂ 0 0 ਇਕਾਈ ਅੰਕ ਹੈ ਤਾਂ ਇਹ ਇਕਾਈ ਅੰਕ ਤੇ ਆਏਗਾ। ਬਾਕੀ ਦਹਾਈ ਅੰਕ ਤੇ ਵੀ ਸਿਫਰ ਆ ਗਈ ਤੇ ਸੈਂਕੜੇ ਅੰਕ ਤੇ ਵੀ ਸਿਫਰ ਆ ਗਈ। 6 6 ਕੀ ਹੈ? ਇਕਾਈ ਅੰਕ, ਇਹਨੂੰ ਅਸੀਂ ਇੱਥੇ ਲਿਖਾਂਗੇ। ਦਹਾਈ ਅੰਕ ਵੀ ਸਿਫਰ ਆ ਗਿਆ ਔਰ ਸੈਂਕੜਾ ਅੰਕ ਵੀ ਸਿਫਰ ਆ ਗਿਆ। ਇਹਨਾਂ ਨੂੰ ਹੁਣ ਅਸੀਂ ਜੋੜ ਦੇਣਾ। तो जोड़ूंगे 0 जमा 0 जमा 6 6 आ गया, इत्थे भी 0 और ये बन गया 306। तो ਇਹਦਾ आंसर 306 आना, ना कि 900। बच्चे आम तौर ਤੇ ਇਹ गलती कर जाते हैं, तो ये गलती तुसी नहीं करनी है। जोड़न लगे की करना अंकां नूं, क्योंकि 6 इकाई है, इकाई इक्को ही अंक है, इकाई अंक है, ना कि सैकड़ा जां दहाई। जो 6 इत्थे जोड़ दिता तो ਇਹਦਾ आंसर 900 बन गया। सोचो होएगा इतना? नहीं। तो की करना? इकाई अंक तो लिखने। तो इकाई अंक ते सिफर, इत्थे भी सिफरा पा दो, सौखा हो जाऊगा। जे नहीं पाउणियां ते एक काम करो, इत्थे क्रॉस पा दो, तुहाडी मर्जी है इदां, क्योंकि इत्थे कुछ भी नहीं हैगा। तो 6 दे विच भी कुछ नहीं हैगा, इत्थे तुसीं क्रॉस पा सकदे, तां भी ईजिली ऐड हो जाने। ਮੈਨੂੰ ਲੱਗਦਾ ਤੁਸੀਂ ਇਹ ਨੋਟ ਕਰ ਹੀ ਲਿਆ ਹੋਵੇਗਾ। तो ਅਸੀਂ ਅਗਲੇ ਕੁਐਸਚਨ ਵੱਲ ਵਧਦੇ ਹਾਂ। तो ਨੈਕਸਟ ਕੁਐਸਚਨ ਜੋ ਹੈ ਉਹ ਹੈ ਹੁਣ ਜੋ ਅਸਾਈਨਮੈਂਟ ਹੈ ਪਾਰਟ ਸੈਕਿੰਡ ਕੁਐਸਚਨ ਦਾ ਪਾਰਟ ਨੰਬਰ B। तो ਉਹਦੇ ਵਿੱਚ ਹੈ 5 ਗੁਣਾ 1000 ਜਮਾ 3 ਗੁਣਾ 100 ਜਮਾ
2 गुणा 10 जमा 1। सो सब तो पहला की करांगे, दो तरीके है। जे तो तुसी डायरैक्ट आंसर लिखना तो वह कोई औखा काम है नहीं। 1000 100 10 ये सारे कर देने ने कट, तो होया कि 5 3 2 1 ये आंसर आ गया सीधा। पर यह शॉर्टकट है, जो तुहानू किते MCQ आंदे आ फिर इस तरह करने ने। पर इत्थे किस तरह करना सॉल्व, वो देखो किस तरह करूंगे। 5 नू 1000 नाल गुणा, ये बन गया 5000। 5 नू 1000 नाल गुणा, 5 नू 1000 नाल गुणा मतलब 5000 जमा 3 नू 100 नाल गुणा 300, 2 नू 10 नाल गुणा 20, 1 नू 1 नाल ही गुणा, तो ये बन गया 1। हुण अगला काम है जोड़ना। जोड़न का तरीका तुहानू हुणी दस के हटे। 5000 इनू कितना लिखना, इकाई ते सिफर, दहाई ते सिफर, इत्थे लिख भी लो भावें इकाई इकाई दहाई सैकड़ा हजार। हुण 300 दे विच इकाई अंक सिफर है, दहाई अंक सिफर है, ते सैकड़ा अंक 3 है, तो इत्थे कुछ भी नहीं है। उस तो बाद 20 दे विच इकाई अंक सिफर ते दहाई अंक 2, इत्थे कोई अंक नहीं है। और 1 दे विच 1 इकाई अंक ते बाकी कुछ भी नहीं है, तो इन्हां नूं जोड़ दिओ हुण आपस दे विच। 0 जमा 0 जमा 0 जमा 1 1 आ गया, 0 जमा 0 जमा 2 2, 0 जमा 3 3, 5 की जगह 5, तो आंसर आ गया 5321। तो जिहड़ा आंसर आपां डायरैक्ट ही लिख लिया सी कि इत्थे इन्हां दी जगह 5, इत्थों 5 लिया सी, इत्थों असीं 3 लिया सी, इत्थों 2, तो इत्थों 1, तो ये बन गया 5321। सो प्यारे विद्यार्थियों, ये सी जनरलाइज फॉर्म। उस तो बाद थर्ड टाइप के क्वेश्चन जो तुहानू पहला कराए सी, वो क्वेश्चन हुण की ने। थर्ड इहदे विच असीं संख्यावां नाल एक तरह नाल खेडना ही है कि इहदे विच तुहानू क्वेश्चन किस तरह आंदे ने। मान लो इस तरह लिखा हुआ 3a जमा 25, इसका आंसर जो है वो आ रहा B2, जिहदे विच A अते B दा मुल असीं दसना है कि A दा मुल कितना आएगा और B दा मुल कितना आएगा, ये दसना है। तो इनू किदां करना बच्चे, इसनू भी करन दा तरीका है। इनू कॉलम वाइज, कॉलम मतलब इस तरीके ना कि इनू असी फर्स्ट कॉलम मान लेना और इनू असी सैकेंड कॉलम मान लेना। तो फर्स्ट कॉलम दे विच की आ, क्योंकि जमा हो रही है तो a जमा 5, a जमा 5, a जमा 5, और इत्थे आंसर दे विच की आ रहा 2। हुण 2 किस तरह आ सकदा, देखो सोचो जरा। जे असी तुसी सोचने की कोशिश करो, 1 जमा 5 कर दे तो आंसर 6 आ रहा, 2 जमा 5 कर दे तो आंसर 7, 3 जमा 5 करांगे तो 8, 4 जमा 5 9, 5 जमा 5 10, 6 जमा 5 कितना आ गया 11, ते 7 जमा 5 करते हैं तो कितना आ रहा 12, उस विच इकाई अंक 2 आ रहा। तो ਇਹਦਾ मतलब इत्थे 2 कदों आएगा, ਜਦੋਂ a कितना होएगा 7, तो 7 5 किन्ने हो गए 12, ਜਿਹਦੇ ਵਿੱਚ 1 जो है वो वध रहा। हुण ये इकाई अंक ते 2 जस्टिफाई हो गया। ते दूसरा कॉलम ये सीगा फर्स्ट कॉलम। सैकेंड कॉलम दे विच जो सैकेंड कॉलम है उस विच की आ 3 जमा 2, ते जिहड़ा आ 1 आ ये तुहानू पता सारिਆਂ ਨੂੰ इत्थे कैरी हुंदा हुंदा। ਇਹਦੇ ਵਿੱਚ जो अंकां ਦੇ ਵਿੱਚੋਂ जो जे 10 ਤੋਂ ਵੱਧ ਜਾਵੇ, 1-2 अंकां ਦੀ संख्या हो जाए तो ਉਹਦਾ ਜਿਹੜਾ ਦਹਾਈ अंक ਹੁੰਦਾ ਉਹਨੂੰ ਅਸੀਂ ਅੱਗੇ कैरी ਕਰਦੇ ਆਂ। तो 3 जमा 2 जमा 1 ਇਹ ਕਿੰਨਾ ਆ ਗਿਆ 6, तो B ਦਾ ਮੁੱਲ ਕਿੰਨਾ ਆ ਗਿਆ 6। ਸੋ ਪਿਆਰੇ ਵਿਦਿਆਰਥੀਓ ਇੱਥੇ A ਦਾ ਮੁੱਲ ਕਿੰਨਾ ਆ ਰਿਹਾ 7 और B ਦਾ ਮੁੱਲ ਕਿੰਨਾ ਆ ਰਿਹਾ टोटल 6। ਹੁਣ ਤੁਸੀਂ ਇਹਨੂੰ ਕਰਕੇ ਵੀ ਦੇਖ ਸਕਦੇ। करना किस तरह, देखो 37 इत्थे A दी जगह क्या आना 7,
25 प्लस 7 जमा 5 12 एक कैरी, देखो एक कैरी होया ना तां करके इत्थे ऐड किया। तो 3 जमा 1 4 4 जमा 2 6, तो इसका आंसर आ गया 62। तो ए और बी की वैल्यू कितनी आ गई 7 एंड 6 रिस्पैक्टिवली। इस तरह बच्चे सैकेंड क्वेश्चन है ਇਹਦੇ ਵਿੱਚ, उस क्वेश्चन ਦੇ ਵਿੱਚ ਕੀ ਆ आओ इसनू करते हैं 4a प्लस 98 और इत्थे है CB3। ठीक है जी। हुण इहनू बच्चे दो कॉलम्स च डिवाइड कर लो, ए फर्स्ट कॉलम ते ए सैकेंड कॉलम। तो प्यारे विद्यार्थियों इत्थे इत्थे पहला कॉलम मींस फर्स्ट कॉलम जो है वो किया ਉਹਦੇ ਵਿੱਚ a जमा 8 बराबर इत्थे कितना आ रहा 3 आ रहा इकाई अंक। तो 3 बनाना सी, 3 किस तरह बन सकता देखो, जेकर हुण इत्थे भी सेम तरीके नाल 8 जमा 4 किन्ने हुंदे, देखो रफली अंदाजा लगाना, जे ए दा मुੱਲ ਅਸੀਂ ए दा मुੱਲ ਅਸੀਂ 4 करते हैं, मतलब 4 जमा 8 किन्ने हो गए 12, जे ही 5 जमा 8 करते हैं तो ये बन गया 13। तो इकाई अंक 3 आ रहा सेम। तो इथों कन्फर्म हो गया इत्थे प्यारे विद्यार्थियों ए दा मुੱਲ 5 आ गया। सो मतलब ये संख्या बन गई 4a सीगी, उहदी जगह ये की आ जाना 45 45। तो ਇਹਦੇ ਵਿੱਚ 98 ਜਦੋਂ ਤੁਸੀਂ ਐਡ ਕਰੋਗੇ 8 5 13, ਇੱਕ ਹੁਣ ਕੀਆ ਕਾਲਮ ਸੈਕਿੰਡ ਕਾਲਮ ਵਿੱਚ ਮੀਨਸ ਦੂਜਾ ਕਾਲਮ ਉਹਦੇ ਵਿੱਚ ਇਹ ਕੀਆ ਐਡ ਹੋ ਜਾਣਾ। ਜਦੋਂ ਇਹਨੂੰ ਐਡ ਕਰੋਗੇ 1 ਜਮਾ 4 ਜਮਾ 9, ਇਹ ਕਿੰਨਾ ਬਣ ਗਿਆ 9 ਜਮਾ 4 13, 13 ਜਮਾ 1 14, ਸੋ ਇਹ ਬਣ ਗਿਆ 14। तो ਇੱਥੇ अगला अंक जिहड़ा है वो की आ जाना 4, मतलब B का मुੱਲ कितना आ गया हुण 4 और C का मुੱਲ कितना होगा 1। ਇਹਦਾ मतलब ਇਹਦਾ आंसर आ गया 143। तो इस विच आंसर तुसी की लिखना, A का मुੱਲ है 5, B का मुੱਲ है 4 ਤੇ C का मुੱਲ है 1। ਇਹ ਤੁਹਾਡਾ आंसर हो गया। इस तरह बच्चे ये क्वेश्चन करना है। ਤੇ ਪਿਆਰੇ ਵਿਦਿਆਰਥੀਓ ਇਸ ਵਿੱਚ ਹੁਣ ਲਾਸਟ ਕੁਐਸਚਨ ਹੈ, ਇਸ ਨੂੰ ਪਹਿਲਾਂ ਨੋਟ ਕਰ ਲਓ ਚੰਗੀ ਤਰ੍ਹਾਂ ਕਿੱਦਾਂ ਕੀਤਾ। ਪਹਿਲਾ ਕਾਲਮ ਦੂਸਰਾ ਕਾਲਮ, ਪਹਿਲੇ ਕਾਲਮ ਵਿੱਚ a ਦੇ ਵਿੱਚ 8 ਐਡ ਕੀਤੇ, ਕਿੰਨਾ ਆਇਆ 13। तो 13 ਇੱਥੇ ਇਕਾਈ ਅੰਕ 3 ਹੈ, तो 3 ਬਣ ਗਿਆ। ਜਿਹੜਾ 1 ਹੋਣਾ ਉਹ ਅੱਗੇ ਕੈਰੀ ਹੋ ਜਾਣਾ, ਇਹਦਾ ਮਤਲਬ a ਦੀ ਜਗ੍ਹਾ ਕੀ ਆ ਗਿਆ 5। तो ਹੁਣ ਦੂਜੇ ਕਾਲਮ ਵਿੱਚ 4 ਜਮਾ 9 जमा 1 ये भी करना जो कैरी ए वाला कैरी होया, तो इनू भी कैरी करना है। तो इन्हों जोड़न ते की बनिया 14, तो B का मुੱਲ 4 तो C का मुੱਲ 1। आओ प्यारे विद्यार्थियों असीं हुण अगला सवाल करते हैं। तो C पार्ट विच क्वेश्चन है AB जमा 37, AB जमा 37 आंसर की आ 6A, जिहदे विच A ते B का मुੱਲ असीं दसना है। हुण इनू भी असी कॉलम वाइज, पहला कॉलम की है B जमा 7, B जमा 7। तो इत्थे हुण A आ रहा बच्चे, ते दूजा कॉलम जो है पहले कॉलम दे विच B जमा 7 बराबर A आ रहा, और दूसरे कॉलम दे विच उही ऐड होके 3 दे विच इत्थे की बनदा पिया 6 थल्ले। हुण इहनूं बच्चे किस तरीके नाल करना, असीं इत्थे B दा मुੱਲ 5 भर लैने। जदों 5 भरांगे, क्यों 5 भरे बच्चे, देखो इत्थे A ये की आ 3, ध्यान नाल समझियो गल नूं कि A जमा 3 बराबर 6 आंदा पिया। ਇਹਦਾ मतलब ਅਸੀਂ ਇੱਥੇ A ਦਾ ਮੁੱਲ जो है वो कितना भरांगे कि आंसर 6 आवे। ਜਾਂ ਤਾਂ ਉਹ 3 ਜਮਾ 3 6 हो सकता, ਜਾਂ 2 ਜਮਾ 3 बराबर 2 ਜਮਾ 3, ਜਾਂ ਇੱਕ ਉੱਥੇ कैरी करांगे ਤਾਂ ਉਹ
6 ਹੋ ਸਕਦਾ। ਦੋ ਤਰੀਕੇ ਆ ਦੇਖੋ, ਇਸ ਤਰੀਕੇ ਨਾਲ ਅਸੀਂ 6 ਬਣਾ ਸਕਦੇ। ਹੁਣ ਇੱਥੇ 7 ਆ, 7 ਜਮਾ 1 ਤਾਂ 8 ਹੋ ਗਿਆ, ਜੋ ਕਿ ਇਹ ਬਰਾਬਰ ਨਹੀਂ ਆ ਰਿਹਾ ਕਿਉਂਕਿ 8 ਵੱਡੀ ਸੰਖਿਆ ਹੋਗੀ, 2 ਬਹੁਤ ਛੋਟੀ ਹੈ ਸੰਖਿਆ ਹੈ। ਇੱਥੇ ਜੇ ਆਊਗੀ ਜਾਂ 2 ਆਊਗਾ ਜਾਂ 3 ਆਊਗਾ, तो ਇਹ ਤਾਂ ਆਪਸ਼ਨ ਹੋ ਗਈ ਗਲਤ। ਤੇ ਅਗਰ ਅਸੀਂ 7 ਜਮਾ 2 ਕਰਦੇ ਆ ਫਿਰ ਇਹ 9 ਬਣਦਾ ਪਿਆ। ਇਸੇ ਤਰ੍ਹਾਂ ਜੇ ਅਸੀਂ 7 ਜਮਾ 5 ਕਰ ਦਿੰਨੇ ਆ ਮੰਨ ਲਓ, ਤਾਂ ਇਹ 7 ਜਮਾ 5 12 ਬਣਦੇ ਪਏ। ਹੁਣ ਇੱਥੇ 2 ਆ ਰਿਹਾ, ਠੀਕ ਹੈ। ਜਦੋਂ ਇਹ 2 ਆ ਰਿਹਾ ਤੇ ਇਹਦਾ ਮਤਲਬ ਜਿਹੜਾ 1 ਆ ਉਹ ਅੱਗੇ ਕੈਰੀ ਹੋ ਸਕਦਾ, ਤੇ 2 ਜਮਾ 2 ਜਮਾ 3 6 ਬਣਦਾ ਪਿਆ। ਇਹਦਾ ਮਤਲਬ ਇੱਥੇ ਅਸੀਂ b ਦਾ ਮੁੱਲ ਕੀ ਲਵਾਂਗੇ, 5 ਲਵਾਂਗੇ। ਬੱਚੇ ਬੜੇ ਸੋਚਣ ਵਾਲੀ ਗੱਲ ਆ ਇਹ, ਧਿਆਨ ਨਾਲ ਇਹਨੂੰ ਸਮਝਣਾ। ਸੋ b ਦਾ ਮੁੱਲ ਕੀ ਆ 5, 5 ਜਮਾ 7 ਕਿੰਨਾ ਹੋ ਗਿਆ 12, 2 ਜਿਹੜੇ ਆ ਉਹ ਕੀ ਹੋ ਗਿਆ ਕੈਰੀ, b ਨੂੰ ਅਸੀਂ 5 ਮੰਨ ਲਿਆ, ਉਹ ਕੈਰੀ ਹੋ ਗਏ, तो कैरी होके हो गए अगली रकम दे विच। हुण इत्थे भी ये ए दी जगह आया, तो ए 2 आ, 3 जमा 2 जमा 1 कितना बन गया 6, क्योंकि इत्थे भी आ जाना 2। तो ਇਹਦਾ आंसर ਜਿਹੜਾ ए ਦਾ ਮੁੱਲ ਕੀ ਆ ਇੱਥੇ 2 और b ਦਾ ਮੁੱਲ ਕਿੰਨਾ ਆਏਗਾ 5। ਇਹ ਬੱਚੇ ਕੁਐਸਚਨ ਸੀ। तो ਇਹ ਸੀ ਬੱਚੇ ਅਸਾਈਨਮੈਂਟ ਨੰਬਰ 60। तो ਹੁਣ ਤੁਸੀਂ ਇਹ ਕਰਨੀ ਹੈ, तो उस तो बाद जल्दी अगली असाइनमेंट लैके तुहाडे सामने हाजिर होवांगे। So till then stay at home, stay safe, stay healthy. Thank you.